ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੀ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਡਰਾਈਵਰਾਂ ਵਾਸਤੇ ਪੀਆਰ ਲੈਣੀ ਹੋਈ ਸੌਖੀ ਐਕਸਪ੍ਰੈਸ ਐਂਟਰੀ ਦੇ ਵਿੱਚ ਕੀਤੇ ਗਏ ਬਦਲਾਵ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਐਲਾਨ, ਲੋਨ ਪ੍ਰੋਗਰਾਮ ਦੇ ਵਿੱਚ ਕੀਤਾ ਗਿਆ ਬਦਲਾਵ। ਹੁਣ ਬਰੈਂਪਟਨ ਦੇ ਵਿੱਚ ਪਟਾਕੇ ਚਲਾਉਣੇ ਔਖੇ, ਨਿਯਮਾਂ ਦੇ ਵਿੱਚ ਕੀਤੇ ਗਏ ਵੱਡੇ ਬਦਲਾਵ। ਆਰਸੀਐਮਪੀ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਹੋਈ ਤੇਜ਼, ਐਲਬਰਟਾ ਦੇ ਜਸਟਿਸ ਮਿਨਿਸਟਰ ਨੇ ਕੀਤੀ ਮੰਗ। ਕੈਨੇਡਾ ਵਿੱਚ ਟਰੱਕ ਡਰਾਈਵਰਾਂ ਵਾਸਤੇ ਹੁਣ ਪੀਆਰ ਲੈਣੀ ਸੌਖੀ ਹੋ ਗਈ ਹੈ। ਐਕਸਪ੍ਰੈਸ ਐਂਟਰੀ ਦੇ ਵਿੱਚ ਪਿਛਲੇ ਦਿਨੀ ਕੁਝ ਬਦਲਾਵ ਕੀਤੇ ਗਏ, ਜਿਸ ਦੇ ਨਾਲ ਹੁਣ ਟਰੱਕ ਡਰਾਈਵਰਾਂ ਨੂੰ ਫਾਇਦਾ ਹੋਣ ਵਾਲਾ ਹੈ। ਦਰਅਸਲ ਐਕਸਪ੍ਰੈਸ ਐਂਟਰੀ ਦੀ ਲਿਸਟ ਵਿੱਚ ਕੁਝ ਨਵੇਂ ਕਾਰੋਬਾਰ ਸ਼ਾਮਿਲ ਕੀਤੇ ਗਏ ਨੇ, ਜਿਨ੍ਹਾਂ ਨੂੰ ਡਰਾਅ ਦੇ ਵਿੱਚ ਸੱਦੇ ਜਾਰੀ ਕੀਤੇ ਜਾਣਗੇ। ਇਸ ਦੇ ਵਿੱਚ ਟਰੱਕ ਡਰਾਈਵਰਾਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਦੇ ਪਿੱਛੇ ਕਾਰਨ ਹੈ ਇੰਡਸਟਰੀ ਦੇ ਵਿੱਚ ਖਾਲੀ ਪਈਆਂ ਨੌਕਰੀਆਂ। ਟਰੱਕਿੰਗ ਇੰਡਸਟਰੀ ਦੇ ਵਿੱਚ 18,000 ਦੇ ਕਰੀਬ ਨੌਕਰੀਆਂ ਇਸ ਸਮੇਂ ਖਾਲੀ ਪਈਆਂ ਨੇ। ਕੈਨੇਡਾ ਤੋਂ ਟਰੱਕ ਡਰਾਈਵਰਾਂ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਕੈਨੇਡਾ ਵਿੱਚ ਹੁਣ ਟਰੱਕ ਡਰਾਈਵਰਾਂ ਵਾਸਤੇ ਪੀਆਰ ਹਾਸਲ ਕਰਨੀ ਸੌਖੀ ਹੋਵੇਗੀ। ਦਰਅਸਲ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਬਦਲਾਵ ਕੀਤੇ ਗਏ। ਪਿਛਲੇ ਦਿਨੀ ਜੋ ਬਦਲਾਵ ਕੀਤੇ ਗਏ, ਉੱਥੇ ਕਈ ਨਵੇਂ ਆਕਿਊਪੇਸ਼ਨਸ ਐਕਸਪ੍ਰੈਸ ਐਂਟਰੀ ਦੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਤੇ ਇਸ ਲਿਸਟ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਰੱਖਿਆ ਗਿਆ ਹੈ। ਦਰਅਸਲ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 16 ਨਵੇਂ ਆਕਿਊਪੇਸ਼ਨਸ ਐਕਸਪ੍ਰੈਸ ਐਂਟਰੀ ਦੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਹਨ। ਮੌਜੂਦਾ ਸਮੇਂ ਕੈਨੇਡਾ ਦੇ ਅਲੱਗ-ਅਲੱਗ ਕਾਰੋਬਾਰਾਂ ਦੇ ਵਿੱਚ ਲੇਬਰ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਟਰੱਕ ਡਰਾਈਵਿੰਗ ਦੇ ਸੈਕਟਰ ਦੇ ਵਿੱਚ ਵੀ ਹੈ। ਟਰੱਕ ਡਰਾਈਵਰ ਦੀ ਭਾਰੀ ਕਮੀ ਕਾਫੀ ਚੁਣੌਤੀਆਂ ਲੈ ਕੇ ਆਈ ਹੈ। ਇਸ ਇੰਡਸਟਰੀ ਵਿੱਚ ਸਕਿਲਡ ਵਰਕਰਸ ਦੀ ਕਾਫੀ ਕਮੀ ਹੈ, ਜਿਸ ਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਨੇ। ਇੱਕ ਅਹਿਮ ਕਾਰਨ ਹੈ ਕੋਵਿਡ-19 ਪੈਂਡੇਮਿਕ। ਸਾਲ 2011 ਦੀ ਲੇਬਰ ਮਾਰਕੀਟ ਸਨੈਪਸ਼ਾਟ ਦੱਸਦੀ ਹੈ ਕਿ ਇਸ ਸਮੇਂ 18,000 ਟਰੱਕ ਡਰਾਈਵਿੰਗ ਸੈਕਟਰ ਦੇ ਵਿੱਚ ਨੌਕਰੀਆਂ ਖਾਲੀ ਪਈਆਂ ਹਨ। ਇਹਨਾਂ ਖਾਲੀ ਨੌਕਰੀਆਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਖਾਸ ਉਪਰਾਲਾ ਕੀਤਾ ਗਿਆ, ਜਿੱਥੇ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਬਦਲਾਵ ਕੀਤੇ ਹਨ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਲਈ ਖਬਰ ਸਾਹਮਣੇ ਆਈ ਹੈ, ਜਿੱਥੇ ਨਿਯਮਾਂ ਦੇ ਵਿੱਚ ਕੁਝ ਬਦਲਾਵ ਕੀਤੇ ਗਏ ਨੇ। ਦਰਅਸਲ ਲੋਨ ਪ੍ਰੋਗਰਾਮ ਦੇ ਵਿੱਚ ਬਦਲਾਵ ਕੀਤੇ ਗਏ, ਜਿਸ ਬਾਰੇ ਇੱਕ ਸੂਬੇ ਤੋਂ ਹੁਣ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਨੋਵਾ ਸਕੋਸ਼ੀਆ ਸੂਬੇ ਤੋਂ ਘਰਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਨੋਵਾ ਸਕੋਸ਼ੀਆ ਵੱਲੋਂ ਘਰ ਲੈਣ ਵਾਸਤੇ ਬਣੇ ਲੋਨ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ। ਦੱਸਦੀਏ ਕਿ ਅਗਲੇ ਸਾਲ ਜਨਵਰੀ ਤੋਂ ਇਸ ਵਾਸਤੇ ਅਰਜ਼ੀਆਂ ਲੈਣ ਦੀ ਸ਼ੁਰੂਆਤ ਕੀਤੀ ਜਾਵੇਗੀ। ਜੀ ਹਾਂ, ਨੋਵਾ ਸਕੋਸ਼ੀਆ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਆਪਣੇ ਪ੍ਰੋਗਰਾਮ ਦੇ ਵਿੱਚ ਵਿਸਥਾਰ ਕੀਤਾ ਗਿਆ। ਡਾਊਨ ਪੇਮੈਂਟ ਅਸਿਸਟੈਂਟ ਪ੍ਰੋਗਰਾਮ ਆਪਣਾ ਪਹਿਲਾ ਘਰ ਖਰੀਦਣ ਵਾਲੇ ਯੋਗ ਵਿਅਕਤੀਆਂ ਨੂੰ ਜਾਇਦਾਦ ਦੀ ਕੀਮਤ ਦਾ 5% ਵਿਆਜ ਮੁਕਤ ਕਰਜ਼ਾ ਪ੍ਰਦਾਨ ਕਰਦਾ ਹੈ। ਪ੍ਰੋਵਿੰਸ ਮੁਤਾਬਕ ਹੇਠ ਲਿਖੇ ਵਿਅਕਤੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ। ਪਹਿਲਾ, ਜਿਸ ਨੇ ਪਹਿਲਾਂ ਘਰ ਨਾ ਲਿਆ ਹੋਵੇ। ਦੂਸਰਾ, ਜਿਸ ਦਾ ਵਿਆਹ ਟੁੱਟਿਆ ਹੋਵੇ। ਤੀਸਰਾ, ਪਿਛਲੇ 4 ਸਾਲਾਂ ਦੇ ਵਿੱਚ ਬਿਨੇਕਾਰ ਜਾਂ ਫਿਰ ਉਸਦੇ ਸਾਥੀ ਦੀ ਕਿਸੇ ਘਰ ਵਿੱਚ ਮਲਕੀਅਤ ਨਾ ਹੋਵੇ। ਪ੍ਰੋਵਿੰਸ ਦੇ ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਸਾਬਕਾ ਮਕਾਨ ਮਾਲਕਾਂ ਕੋਲ ਲੰਘੇ 4 ਵਰ੍ਹਿਆਂ ਦੌਰਾਨ ਕੋਈ ਜਾਇਦਾਦ ਨਹੀਂ ਹੈ, ਉਹ ਘਰ ਖਰੀਦ ਸਕਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਸਿਰਫ ਇੱਕ ਸ਼ਰਤ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਲੋੜਾਂ, ਜਿਵੇਂ ਕਿ ਆਮਦਨ ਦੀ ਸ਼ਰਤ ਰੱਖੀ ਗਈ ਹੈ। ਪ੍ਰੋਵਿੰਸ ਮੁਤਾਬਕ ਸਾਲ 2022 ਤੋਂ ਸਾਲ 2023 ਦੌਰਾਨ 108 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਇਹਨਾਂ ਤਾਜ਼ਾ ਤਬਦੀਲੀਆਂ ਦੇ ਮੱਦੇਨਜ਼ਰ ਕਿੰਨੇ ਹੋਰ ਲੋਕ ਯੋਗ ਹੋਣਗੇ, ਕਿਉਂਕਿ ਬਿਨੇਕਾਰਾਂ ਨੂੰ ਹੋਰ ਯੋਗਤਾਵਾਂ ਪੂਰਾ ਕਰਨ ਦੀ ਜ਼ਰੂਰਤ ਹੋਵੇਗੀ। ਯੋਗਤਾ ਪੂਰੀ ਕਰਨ ਵਾਸਤੇ ਪਰਿਵਾਰ ਦੀ ਕਮਾਈ $1,45,000 ਤੋਂ ਘੱਟ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਡਾਊਨ ਪੇਮੈਂਟ ਲੋਨ $25,000 ਦਾ ਹੈ। ਇਹ ਲੋਨ ਜਾਰੀ ਹੋਣ ਤੋਂ 1 ਮਹੀਨੇ ਬਾਅਦ ਤੋਂ ਲੈ ਕੇ 10 ਵਰ੍ਹਿਆਂ ਦੌਰਾਨ ਵਾਪਸ ਕੀਤਾ ਜਾਵੇਗਾ। ਜਿਹੜੇ ਨਵੇਂ ਨਿਯਮ ਲਿਆਂਦੇ ਗਏ, ਉਹ ਜਨਵਰੀ ਮਹੀਨੇ ਤੋਂ ਲਾਗੂ ਹੋਣਗੇ। ਪ੍ਰੋਵਿੰਸ ਵਿੱਚ ਨਵੀਂ ਪਰਿਭਾਸ਼ਾ ਦੇ ਆਧਾਰ ਤੇ ਅਰਜ਼ੀਆਂ ਨੂੰ ਜਨਵਰੀ ਮਹੀਨੇ ਤੋਂ ਸਵੀਕਾਰ ਕੀਤਾ ਜਾਵੇਗਾ। ਦੱਸੀਏ ਕਿ ਇਸ ਸਾਲ ਨੋਵਾ ਸਕੋਸ਼ੀਆ ਵਿੱਚ ਸੈਟਲ ਹੋਣ ਵਾਸਤੇ ਸਰਕਾਰ 5,430 ਬਿਨੇਕਾਰਾਂ ਦੀਆਂ ਅਰਜ਼ੀਆਂ ਮਨਜ਼ੂਰ ਕਰ ਸਕਦੀ ਹੈ, ਜੋ ਕਿ 40% ਵਾਧਾ ਹੋਵੇਗਾ। ਸਾਲ 2021 ਦੇ ਵਿੱਚ ਸੂਬਾ ਸਰਕਾਰ ਨੇ 3,887 ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ 400 ਨਵੀਆਂ ਅਰਜ਼ੀਆਂ ਸ਼ਾਮਿਲ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 17% ਵੱਧ ਦੱਸੀਆਂ ਜਾ ਰਹੀਆਂ ਨੇ। ਬਰੈਂਪਟਨ ਦੇ ਵਿੱਚ ਹੁਣ ਪਟਾਕੇ ਚਲਾਉਣੇ ਸੌਖੇ ਨਹੀਂ ਹੋਣਗੇ, ਕਿਉਂਕਿ ਇੱਕ ਮਤਾ ਲਿਆਂਦਾ ਗਿਆ, ਜਿਸ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ।
ਪਟਾਕੇ ਸੰਬੰਧੀ ਜਿਹੜੇ ਨਿਯਮ ਨੇ ਉਸ ਦੇ ਵਿੱਚ ਹੁਣ ਬਦਲਾਵ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਜਦੋਂ ਦੀਵਾਲੀ ਮੌਕੇ ਸਿਟੀ ਆਫ ਬਰੈਂਪਟਨ ਦੇ ਵਿੱਚ ਪਟਾਕੇ ਚਲਾਏ ਗਏ ਤਾਂ ਇਹ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ, ਜਿਸ ਤੋਂ ਬਾਅਦ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਨਿਯਮਾਂ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ। ਸਿਟੀ ਆਫ ਬਰੈਂਪਟਨ ਵਿੱਚ ਪਟਾਕਿਆਂ ਦੇ ਨਿਯਮਾਂ ਵਿੱਚ ਸਖਤੀ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸਿਟੀ ਕੌਂਸਲ ਵੱਲੋਂ ਇਸ ਸੰਬੰਧੀ ਸਰਬਸੰਮਤੀ ਦੇ ਨਾਲ ਮਤਾ ਪਾਸ ਕਰ ਦਿੱਤਾ ਗਿਆ। ਜੀ ਹਾਂ, ਦੀਵਾਲੀ ਮੌਕੇ ਪਟਾਕਿਆਂ ਕਾਰਨ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਹੋਏ, ਜਿਸ ਤੋਂ ਬਾਅਦ ਹੁਣ ਸਿਟੀ ਆਫ ਬਰੈਂਪਟਨ ਵੱਲੋਂ ਫੈਸਲਾ ਲਿਆ ਗਿਆ ਤੇ ਪਟਾਕਿਆਂ ਸੰਬੰਧੀ ਨਿਯਮਾਂ ਵਿੱਚ ਹੋਰ ਸਖਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਤੋਂ ਕੌਂਸਲਰ ਚੁਣੇ ਗਏ ਡੈਨਿਸ ਨੇ ਸਿਟੀ ਦੀ ਮੀਟਿੰਗ ਵਿੱਚ ਇੱਕ ਮਤਾ ਲਿਆਂਦਾ। ਇਸ ਮਤੇ ਨੂੰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਕੌਂਸਲਰ ਕੇਰਨ ਦਾ ਕਹਿਣਾ ਹੈ ਕਿ ਉਹਨਾਂ ਨੇ ਚੋਣਾਂ ਦੌਰਾਨ ਇਸ ਬਾਰੇ ਵਾਅਦਾ ਕੀਤਾ ਸੀ ਕਿ ਹੁਣ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹਨਾਂ ਕਿਹਾ ਕਿ ਇਹ ਮਤਾ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਨਿਯਮਾਂ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮੌਜੂਦਾ ਸਮੇਂ ਪਟਾਕਿਆਂ ਦੇ ਨਾਲ ਜੁੜੇ ਹੋਏ ਕੀ ਨਿਯਮ ਹਨ। ਕੈਨੇਡਾ ਵਿੱਚ ਦੁਕਾਨਦਾਰਾਂ ਵਾਸਤੇ ਪਟਾਕੇ ਵੇਚ ਪਾਉਣਾ ਇੰਨਾ ਸੌਖਾ ਨਹੀਂ ਅਤੇ ਵਿਕਰੇਤਾ ਪਰਮਿਟ ਤੋਂ ਬਗੈਰ ਪਟਾਕੇ ਨਹੀਂ ਵੇਚ ਸਕਦੇ। ਪਰਮਿਟ ਲੈਣ ਵਾਸਤੇ ਹਰੇਕ ਸ਼ਹਿਰ ਦੇ ਵਿੱਚ ਅਲੱਗ-ਅਲੱਗ ਫੀਸ ਹੁੰਦੀ ਹੈ। ਪਰਮਿਟ ਹਾਸਲ ਕਰ ਪਟਾਕੇ ਵਿਕਰੇਤਾ 18 ਸਾਲ ਤੋਂ ਵੱਡੀ ਉਮਰ ਦੇ ਵਿਅਕਤੀਆਂ ਨੂੰ ਹੀ ਪਟਾਕੇ ਵੇਚ ਸਕਦੇ ਨੇ। ਲੋੜ ਪੈਣ ਤੇ ਵਿਕਰੇਤਾ ਗ੍ਰਾਹਕ ਤੋਂ ਉਸ ਦੀ ਉਮਰ ਜਾਣਨ ਵਾਸਤੇ ਸ਼ਨਾਖਤੀ ਕਾਰਡ ਦੀ ਮੰਗ ਕਰ ਸਕਦੀ ਹੈ। ਬਰੈਂਪਟਨ ਸ਼ਹਿਰ ਵਿੱਚ ਸਿਟੀ ਨਿਯਮ ਪਟਾਕੇ ਵੇਚਣ ਵਾਲਿਆਂ ਨੂੰ $50 ਲੱਖ ਦੀ ਇੰਸ਼ੋਰੈਂਸ ਲੈਣ ਵਾਸਤੇ ਕਹਿੰਦੇ ਨੇ। ਸ਼ਹਿਰ ਵਿੱਚ ਫਾਇਰ ਵਿਭਾਗ ਤੋਂ ਮਨਜ਼ੂਰੀ ਤੋਂ ਇਲਾਵਾ ਯੋਨਿੰਗ ਸੰਬੰਧੀ ਵੀ ਮਨਜ਼ੂਰੀ ਲੈਣੀ ਪੈਂਦੀ ਹੈ। ਸਿਟੀ ਆਫ ਬਰੈਂਪਟਨ ਮੁਤਾਬਕ 3 ਮੀਟਰ ਦੀ ਉਚਾਈ ਤੱਕ ਜਾਣ ਵਾਲੇ ਪਟਾਕੇ ਹੀ ਚਲਾਏ ਜਾ ਸਕਦੇ ਨੇ। ਨਿਯਮਾਂ ਮੁਤਾਬਕ ਪਟਾਕੇ ਹੋਰਨਾਂ ਥਾਵਾਂ ਤੋਂ ਲਿਆ ਕੇ ਬਰੈਂਪਟਨ ਵਿੱਚ ਚਲਾਏ ਜਾ ਸਕਦੇ ਹਨ, ਪਰ ਇਹ 3 ਮੀਟਰ ਦੀ ਉਚਾਈ ਤੱਕ ਜਾਣ ਵਾਲੇ ਹੀ ਹੋਣੇ ਚਾਹੀਦੇ ਨੇ। ਨਿਯਮਾਂ ਮੁਤਾਬਕ ਫੁੱਟਪਾਥ, ਗਲੀਆਂ, ਸ਼ਹਿਰ ਦੇ ਪਾਰਕਾਂ, ਸਕੂਲ ਜਾਂ ਫਿਰ ਕਿਸੇ ਹੋਰ ਜਨਤਕ ਥਾਵਾਂ ਦੇ ਅੰਦਰ ਪਟਾਕੇ ਚਲਾਉਣ ਤੋਂ ਮਨਾਹੀ ਹੈ। ਜੇਕਰ ਕੋਈ ਇਹਨਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤੇ ਉਸ ਵਿਅਕਤੀ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਸਿਟੀ ਆਫ ਬਰੈਂਪਟਨ ਮੁਤਾਬਕ ਇਹ ਜੁਰਮਾਨਾ $250 ਤੋਂ ਸ਼ੁਰੂ ਹੋ ਕੇ $5000 ਤੱਕ ਹੋ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਲੈ ਕੇ ਵਿਵਾਦ ਕਿਉਂ ਖੜਾ ਹੋਇਆ। ਦਰਅਸਲ ਪਟਾਕਿਆਂ ਦਾ ਮਸਲਾ ਬਰੈਂਪਟਨ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਾਰ ਅਧਿਕਾਰੀਆਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ $38,000 ਦੇ ਜੁਰਮਾਨੇ ਲਗਾਏ। ਸਾਲ 2018 ਵਿੱਚ ਨਿਯਮਾਂ ਦਾ ਉਲੰਘਣ ਕਰਨ ਵਾਲੀਆਂ 492 ਸ਼ਿਕਾਇਤਾਂ ਹਾਸਲ ਹੋਈਆਂ, ਜਿਨ੍ਹਾਂ ਦੀ ਗਿਣਤੀ ਵੱਧ ਕੇ ਇਸ ਵਾਰ 1491 ਹੋ ਗਈ। ਅਲਬਰਟਾ ਦੇ ਜਸਟਿਸ ਮਿਨਿਸਟਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ RCMP ਦੇ ਕਮਿਸ਼ਨਰ ਦਾ ਅਸਤੀਫਾ ਲੈਣਾ ਚਾਹੀਦਾ ਹੈ। ਪ੍ਰਦਰਸ਼ਨ ਦੇ तमाम ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਹਾਲ ਹੀ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੂੰ ਕਮਿਸ਼ਨਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ, ਜੋ ਕਿ ਪ੍ਰਦਰਸ਼ਨਕਾਰੀਆਂ ਦੇ ਨਾਲ ਜੁੜੀ ਹੋਈ ਸੀ। ਅਲਬਰਟਾ ਦੇ ਜਸਟਿਸ ਮਿਨਿਸਟਰ ਵੱਲੋਂ ਇੱਕ ਖਾਸ ਮੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਮੰਗ ਹੈ ਕਿ RCMP ਕਮਿਸ਼ਨਰ ਨੂੰ ਬਰਖਾਸਤ ਕੀਤਾ ਜਾਵੇ। ਜਸਟਿਸ ਮਿਨਿਸਟਰ ਦਾ ਕਹਿਣਾ ਹੈ ਕਿ RCMP ਕਮਿਸ਼ਨਰ ਦੀ ਅਗਵਾਈ ਦੇ ਵਿੱਚ RCMP ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਉਹਨਾਂ ਵੱਲੋਂ ਬਿਆਨ ਦੇ ਵਿੱਚ ਕਿਹਾ ਗਿਆ ਕਿ ਅਲਬਰਟਾ ਨੇ RCMP ਕਮਿਸ਼ਨਰ ਵਿੱਚ ਭਰੋਸਾ ਗਵਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ RCMP ਕਮਿਸ਼ਨਰ ਮਿਆਰ ਨੂੰ ਕਾਇਮ ਰੱਖਣ ਦੇ ਵਿੱਚ ਅਸਫਲ ਰਹੇ ਨੇ। ਜਸਟਿਸ ਮਿਨਿਸਟਰ ਦਾ ਕਹਿਣਾ ਹੈ ਕਿ RCMP ਦੀ ਸਾਖ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਪੁਲਿਸ ਸੇਵਾ ਨੂੰ ਬਹੁਤ ਨੁਕਸਾਨ ਪਹੁੰਚਿਆ। ਦੱਸ ਦਈਏ ਕਿ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਕਿਹਾ ਗਿਆ ਕਿ ਉਹ ਕਮਿਸ਼ਨਰ ਲੱਕੀ ਨੂੰ ਨਹੀਂ ਹਟਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਅਤੇ ਸਰਕਾਰ ਨੂੰ ਕਮਿਸ਼ਨਰ ਦੇ ਉੱਪਰ ਪੂਰਾ ਭਰੋਸਾ ਹੈ। ਕਮਿਸ਼ਨਰ ਲੱਕੀ ਆਮ ਵਾਂਗ ਆਪਣਾ ਕਾਰਜਕਾਲ ਪੂਰਾ ਕਰਨਗੇ ਤੇ ਉਸ ਤੋਂ ਬਾਅਦ ਹੀ ਅਗਲੀ ਪ੍ਰਕਿਰਿਆ ਹੋਵੇਗੀ। ਦੱਸ ਦਈਏ ਕਿ RCMP ਕਮਿਸ਼ਨਰ ਨੂੰ ਸਾਲ 2018 ਦੇ ਵਿੱਚ ਅਪਾਇੰਟ ਕੀਤਾ ਗਿਆ। ਉਹ ਆਪਣੇ ਕਾਰਜਕਾਲ ਦੌਰਾਨ ਕਈ ਵਿਵਾਦਾਂ ਦੇ ਵਿੱਚ ਉਲਝ ਚੁੱਕੇ ਨੇ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਲੱਕੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ। ਦੱਸ ਦਈਏ ਕਿ ਵੈਕਸੀਨ ਵਿਰੋਧੀ ਪ੍ਰਦਰਸ਼ਨ ਦੌਰਾਨ ਲੱਕੀ ਦੀ ਭੂਮਿਕਾ ਤੇ ਕਈ ਸਵਾਲ ਖੜੇ ਹੋ ਰਹੇ ਨੇ। ਐਮਰਜੈਂਸੀ ਐਕਟ ਲਾਗੂ ਕਰਨ ਦੀ ਜਾਂਚ ਕਰ ਰਹੇ ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਵਿੱਚ ਗਵਾਹੀ ਦੌਰਾਨ ਲੱਕੀ ਨੇ ਕਿਹਾ ਕਿ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਦੇ ਸਟਾਫ ਨੂੰ ਈਮੇਲ ਲਿਖੀ, ਜਿਸ ਵਿੱਚ ਪੁਲਿਸ ਕੋਲ ਪ੍ਰਦਰਸ਼ਨ ਨੂੰ ਖਤਮ ਕਰਨ ਦੇ ਸਾਰੇ ਆਪਸ਼ਨਸ ਖਤਮ ਨਾ ਹੋਣ ਦੀ ਗੱਲ ਕਹੀ ਗਈ ਸੀ। ਲੱਕੀ ਕਈ ਵਾਰ ਐਮਰਜੈਂਸੀ ਐਕਟ ਨੂੰ ਲਾਗੂ ਕਰਨ ਲਈ ਆਪਣਾ ਸਮਰਥਨ ਦੇ ਚੁੱਕੇ ਨੇ। ਉਧਰ ਕਮਿਸ਼ਨ ਅੱਗੇ ਆਪਣੀ ਗਵਾਹੀ ਦੌਰਾਨ ਪਬਲਿਕ ਸੇਫਟੀ ਮਿਨਿਸਟਰ ਨੇ ਕਿਹਾ ਕਿ ਐਮਰਜੈਂਸੀ ਐਕਟ ਨੂੰ ਲਾਗੂ ਕਰਨ ਤੋਂ ਇੱਕ ਦਿਨ ਪਹਿਲਾਂ RCMP ਕਮਿਸ਼ਨਰ ਨੇ ਉਹਨਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ, ਜਿੱਥੇ ਦੱਸਿਆ ਗਿਆ ਕਿ ਅਲਬਰਟਾ ਦੇ ਵਿੱਚ ਸਥਿਤੀ ਵਿਗੜ ਸਕਦੀ ਹੈ।
ਜ਼ਿਕਰਯੋਗ ਹੈ ਕਿ ਲੱਕੀ ਨੋਵਾ ਸਕੋਸ਼ੀਆ ਦੇ ਵਿੱਚ ਸਾਲ 2020 ਦੇ ਸਮੂਹਿਕ ਗੋਲੀਬਾਰੀ ਦੇ ਨਾਲ ਸੰਬੰਧਿਤ ਇੱਕ ਵਿਵਾਦ ਦੇ ਵਿੱਚ ਵੀ ਉਲਝ ਚੁੱਕੇ ਹਨ ਅਤੇ ਲੱਕੀ ਉੱਪਰ ਪੁਲਿਸ ਜਾਂਚ ਵਿੱਚ ਦਾਖਲ ਹੋਣ ਦੇ ਦੋਸ਼ ਲਗਾਏ ਗਏ ਸਨ। ਸਰੀ ਦੇ ਇੱਕ ਸਕੂਲ ਦੇ ਪਾਰਕਿੰਗ ਲਾਟ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ, ਜਿਸ ਦੀ ਪਹਿਚਾਣ ਜਨਤਕ ਕੀਤੀ ਗਈ। ਇਹ ਨੌਜਵਾਨ ਪੰਜਾਬੀ ਮੂਲ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 18 ਸਾਲ ਦੇ ਕਰੀਬ ਹੈ। ਦੱਸ ਦਈਏ ਕਿ ਇੱਥੇ ਪਾਰਕਿੰਗ ਲਾਟ ਦੇ ਵਿੱਚ ਇਸ ਨੌਜਵਾਨ ਦੇ ਉੱਪਰ ਚਾਕੂ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਗਿਆ। ਸਰੀ ਦੇ ਵਿੱਚ ਜਿਹੜਾ ਨੌਜਵਾਨ ਕਤਲ ਕੀਤਾ ਗਿਆ, ਉਸ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇਹ ਨੌਜਵਾਨ ਪੰਜਾਬੀ ਮੂਲ ਦਾ ਦੱਸਿਆ ਗਿਆ, ਜਿਸ ਦਾ ਨਾਮ ਮਹਿਕਪ੍ਰੀਤ ਸੇਠੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਇੱਕ ਘਟਨਾ ਸਾਹਮਣੇ ਆਈ, ਜਿੱਥੇ ਸਕੂਲ ਦੇ ਪਾਰਕਿੰਗ ਲਾਟ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਸਰੀ ਦੇ ਸਕੂਲ ਦੀ ਪਾਰਕਿੰਗ ਲਾਟ ਦੇ ਵਿੱਚ ਮੰਗਲਵਾਰ ਵਾਲੇ ਦਿਨ ਚਾਕੂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ, ਜਿਸ ਦਾ ਨਾਮ ਮਹਿਕਪ੍ਰੀਤ ਸੇਠੀ ਦੱਸਿਆ ਗਿਆ। ਸੇਠੀ 18 ਸਾਲਾਂ ਦਾ ਨੌਜਵਾਨ ਸੀ ਤੇ ਹਸਪਤਾਲ ਦੇ ਵਿੱਚ ਪਹਿਲਾਂ ਉਸ ਨੂੰ ਜ਼ਖਮੀ ਹਾਲਤ ਦੇ ਚੱਲਦਿਆਂ ਭਰਤੀ ਕਰਵਾਇਆ ਗਿਆ, ਪਰ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ। ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਤੇ ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ ਅਜੇ ਆਰਸੀਐਮਪੀ ਵੱਲੋਂ ਇਸ ਬਾਰੇ ਕੋਈ ਬਹੁਤੀ ਡਿਟੇਲ ਤਾਂ ਜਨਤਕ ਨਹੀਂ ਕੀਤੀ ਗਈ, ਪਰ ਉਹਨਾਂ ਦਾ ਕਹਿਣਾ ਹੈ ਕਿ ਹਮਲਾਵਰ ਅਤੇ ਪੀੜਤ ਇੱਕ ਦੂਸਰੇ ਨੂੰ ਜਾਣਦੇ ਸਨ। ਇਸ ਮਾਮਲੇ ਦੀ ਜਾਂਚ ਇੰਟੀਗ੍ਰੇਟਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਵੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਆਸ-ਪਾਸ ਬਹੁਤ ਵਿਦਿਆਰਥੀ ਮੌਜੂਦ ਸਨ। ਇਸ ਘਟਨਾ ਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲ ਰਹੇ ਗੈਂਗ ਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਦੱਸਿਆ ਜਾ ਰਿਹਾ। ਪੁਲਿਸ ਉਹਨਾਂ ਵਿਦਿਆਰਥੀਆਂ ਨਾਲ ਹੁਣ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਚਾਕੂ ਮਾਰਦੇ ਇਸ ਨੂੰ ਦੇਖਿਆ ਅਤੇ ਜਿਨ੍ਹਾਂ ਕੋਲ ਇਸ ਦੀ ਵੀਡੀਓ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਨਾਲ ਜੁੜੀ ਹੋਈ ਜਾਣਕਾਰੀ ਜਾਂ ਫਿਰ ਵੀਡੀਓ ਹੈ, ਪੁਲਿਸ ਨਾਲ ਜ਼ਰੂਰ ਸੰਪਰਕ ਕਰਨ ਤੇ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੋਟਕੁਇਟਲਮ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ ਗੋਲੀਆਂ ਚੱਲੀਆਂ ਨੇ। ਗੋਲੀਬਾਰੀ ਦੇ ਇਸ ਮਾਮਲੇ ਦੇ ਵਿੱਚ 2 ਦੀ ਮੌਤ ਹੋ ਗਈ ਤੇ 1 ਜ਼ਖਮੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧੀ ਇਨਵੈਸਟੀਗੇਸ਼ਨ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੋਕੁਇਟਲੈਮ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਗੋਲੀਬਾਰੀ, 2 ਲੋਕਾਂ ਦੀ ਹੋਈ ਮੌਤ, 1 ਜ਼ਖਮੀ। ਕੋਕੁਇਟਲੈਮ ਵਿੱਚ ਬੁੱਧਵਾਰ ਰਾਤ ਨੂੰ ਇੱਕ ਐਲੀਮੈਂਟਰੀ ਸਕੂਲ ਨੇੜੇ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ। ਮੁੰਡੀ ਸਟਰੀਟ ਦੇ ਨੇੜੇ ਡਾਵੇਸ ਹਿੱਲ ਰੋਡ ਉੱਤੇ ਗੋਲੀਬਾਰੀ ਹੋਈ, ਜਿਸ ਉੱਤੇ ਸ਼ਾਮ 7:25 ਤੇ ਪੁਲਿਸ ਨੇ ਭਾਰੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ। ਜਦੋਂ ਆਰਸੀਐਮਪੀ ਡਾਵੇਸ ਹਿੱਲ ਪਾਰਕ ਖੇਡ ਦੇ ਮੈਦਾਨ ਦੇ ਸਾਹਮਣੇ ਘਟਨਾ ਸਥਾਨ ਤੇ ਪਹੁੰਚਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਨੂੰ ਇੱਕ ਵਾਹਨ ਦੇ ਅੰਦਰ 2 ਪੀੜਤ ਮਿਲੇ ਜੋ ਗੋਲੀਆਂ ਦੇ ਜ਼ਖਮਾਂ ਤੋਂ ਪੀੜਤ ਸਨ। ਆਰਸੀਐਮਪੀ ਨੇ ਇਹ ਨਹੀਂ ਕਿਹਾ ਕਿ ਇਹ ਗੋਲੀਬਾਰੀ ਨਾਲ ਸੰਬੰਧਿਤ ਹੈ ਜਾਂ ਫਿਰ ਕਿਸੇ ਹਿੰਸਾ ਨਾਲ ਚੱਲ ਰਹੇ ਲੋਅਰ ਮੈਨਲੈਂਡ ਗੈਂਗ ਸੰਘਰਸ਼ ਦੀ ਸਾਜ਼ਿਸ਼ ਹੋ ਸਕਦੀ ਹੈ। ਕ੍ਰਿਸਮਸ ਦਾ ਤਿਉਹਾਰ ਨੇੜੇ ਆ ਰਿਹਾ ਹੈ, ਪਰ ਕ੍ਰਿਸਮਸ ਟ੍ਰੀ ਦੀ ਸ਼ਾਰਟੇਜ ਵੀ ਦਿਖਾਈ ਦੇ ਰਹੀ ਹੈ। ਹੁਣ ਕ੍ਰਿਸਮਸ ਟ੍ਰੀ ਦੀ ਜੋ ਸ਼ਾਰਟੇਜ ਹੈ, ਉਸ ਤੋਂ ਬਾਅਦ ਕ੍ਰਿਸਮਸ ਟ੍ਰੀ ਮਹਿੰਗੇ ਵੀ ਹੋ ਗਏ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕ੍ਰਿਸਮਸ ਟ੍ਰੀ ਦੀਆਂ ਕੀਮਤਾਂ 'ਚ ਵਾਧਾ, ਇਸ ਸਾਲ ਵੀ ਕ੍ਰਿਸਮਸ ਟ੍ਰੀ ਦੀ ਹੈ ਸ਼ਾਰਟੇਜ। ਸਪਲਾਈ ਦੀ ਕਮੀ ਦੇ ਮੁੱਦਿਆਂ ਦੀ ਇੱਕ ਲੰਬੀ ਸੂਚੀ ਵਿੱਚ ਕ੍ਰਿਸਮਸ ਦੇ ਰੁੱਖਾਂ ਨੂੰ ਲਗਾਤਾਰ ਦੂਜੇ ਸਾਲ ਲਈ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਇਸ ਸਾਲ ਕੁਝ ਸੈਲਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਹਿੰਗਾਈ ਕਾਰਨ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਗਾਰਡਨ ਸੈਂਟਰ ਦੇ ਇੱਕ ਮਾਲਕ ਨੇ ਕਿਹਾ ਕਿ ਜਦੋਂ ਤੋਂ ਕੋਵਿਡ-19 ਮਹਾਮਾਰੀ ਸ਼ੁਰੂ ਹੋਈ ਹੈ, ਹਰ ਚੀਜ਼ 'ਚ ਮਹਿੰਗਾਈ ਵੱਧ ਰਹੀ ਹੈ। ਸਕੈਚਵਾਨ ਦੇ ਵਸਨੀਕ ਇੱਕ ਅਸਲ ਕ੍ਰਿਸਮਸ ਰੁੱਖ ਦੇ ਮਾਲਕ ਬਣਨ ਦੀ ਇੱਛਾ ਰੱਖਦੇ ਸਨ, ਪਰ ਇਸ ਸਾਲ ਵੀ ਉਹ ਆਪਣੀ ਇਸ ਇੱਛਾ ਨੂੰ ਪੂਰਾ ਨਹੀਂ ਕਰ ਪਾਏ। ਕ੍ਰਿਸਮਸ ਟ੍ਰੀ ਵੇਚਣ ਵਾਲੇ ਸੈਲਰਸ ਨੇ ਕਿਹਾ ਕਿ ਅਸੀਂ ਬਿਲਕੁਲ ਉਸੇ ਸਥਿਤੀ ਵਿੱਚ ਆ ਜਿਵੇਂ ਅਸੀਂ ਪਿਛਲੇ ਸਾਲ ਸੀ ਅਤੇ ਸਪਸ਼ਟ ਤੌਰ ਉੱਤੇ ਦਰਖਤਾਂ ਨੂੰ ਇਸ ਪੱਧਰ ਉੱਤੇ ਵੇਚਣ ਦੇ ਯੋਗ ਹੋਣ ਲਈ ਲੰਬਾ ਸਮਾਂ ਲੱਗਦਾ ਹੈ। ਇਸ ਲਈ ਅਸੀਂ ਅੱਜ ਵੀ ਪਿਛਲੇ ਸਾਲ ਵਾਂਗ ਉਸੇ ਕਿਸ਼ਤੀ ਵਿੱਚ ਖੜੇ ਹਾਂ। ਕੈਨੇਡੀਅਨ ਕ੍ਰਿਸਮਸ ਟ੍ਰੀ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸ਼ਰਲੀ ਬ੍ਰੈਨਨ ਨੇ ਕਿਹਾ ਕਿ ਰੁੱਖਾਂ ਦੀ ਗਿਰਾਵਟ ਉਹਨਾਂ ਦੀ ਕਟਾਈ ਲਈ ਉਪਲਬਧ ਉਤਪਾਦਕਾਂ ਦੀ ਘਾਟ ਕਾਰਨ ਹੈ। ਅਸੀਂ ਬਿਨਾਂ ਕਿਸੇ ਉਤਪਾਦਕਾਰੀ ਯੋਜਨਾ ਦੇ ਰਿਟਾਇਰਮੈਂਟ ਦੇਖ ਰਹੇ ਹਾਂ ਅਤੇ ਨੌਜਵਾਨ ਖੇਤੀ ਵਿੱਚ ਨਹੀਂ ਜਾ ਰਹੇ ਨੇ। ਸਾਡੇ ਨਿਰਮਾਤਾ ਸੇਵਾ ਮੁਕਤ ਹੋ ਰਹੇ ਨੇ ਜਾਂ ਫਿਰ ਰੱਬ ਨਾ ਕਰੇ ਉਹ ਗੁਜ਼ਰ ਰਹੇ ਨੇ ਅਤੇ ਕੋਈ ਵੀ ਉਸ ਫਾਰਮ ਨੂੰ ਕ੍ਰਿਸਮਸ ਟ੍ਰੀ ਫਾਰਮ ਦੇ ਤੌਰ ਤੇ ਸੰਭਾਲ ਨਹੀਂ ਰਿਹਾ। ਬ੍ਰੈਨਨ ਨੇ ਦੱਸਿਆ ਕਿ ਕ੍ਰਿਸਮਸ ਟ੍ਰੀ ਫਾਰਮ ਇਸ ਸਮੇਂ ਪੂਰੇ ਕੈਨੇਡਾ ਵਿੱਚ ਲਗਭਗ 50,000 ਏਕੜ ਰਕਬੇ ਵਿੱਚ ਨੇ। ਇਹ 70,000 ਏਕੜ ਤੋਂ ਘੱਟ ਹੈ, ਜਿਸ ਬਾਰੇ ਉਸਨੇ ਕਿਹਾ ਕਿ ਲਗਭਗ
30,000 ਰੁੱਖਾਂ ਦਾ ਨੁਕਸਾਨ ਹੋਇਆ ਹੈ। ਕੈਨੇਡਾ ਦੇ ਕੁਝ ਹਿੱਸਿਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਬੱਚਿਆਂ ਦੀਆਂ ਛੁੱਟੀਆਂ ਖਰਾਬ ਹੋ ਸਕਦੀਆਂ ਨੇ। ਨਵੇਂ ਕਿਸਮ ਦਾ ਸੀਜ਼ਨਲ ਬੁਖਾਰ ਹੈ ਜਿਸ ਕਾਰਨ ਬੱਚਿਆਂ ਦੀਆਂ ਛੁੱਟੀਆਂ ਖਰਾਬ ਹੋਣ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸੰਭਾਵਤ ਤੌਰ ਤੇ ਗੰਭੀਰ ਬਿਮਾਰੀ ਦਾ ਮੌਸਮ, ਸਕੂਲ, ਖੇਡਾਂ ਅਤੇ ਆਉਣ ਵਾਲੀਆਂ ਛੁੱਟੀਆਂ ਦੇ ਇਕੱਠ ਨੂੰ ਦੇਵੇਗਾ ਵਿਗਾੜ। ਅਲਬਰਟਾ ਦੇ ਸਿਹਤ ਦੇ ਨਵੇਂ ਮੁੱਖ ਮੈਡੀਕਲ ਅਫਸਰ ਫਲੂ ਅਤੇ ਸਾਹ ਸੰਬੰਧੀ ਵਾਇਰਸਾਂ ਦੀ ਚੇਤਾਵਨੀ ਦੇ ਰਹੇ ਨੇ, ਜਿਸ ਨਾਲ ਸਕੂਲ ਅਤੇ ਕੰਮ ਵਿੱਚ ਸਮੇਂ ਤੋਂ ਪਹਿਲਾਂ ਵਿਘਨ ਪੈਂਦਾ ਹੈ। ਇੱਕ ਗੰਭੀਰ ਬਿਮਾਰੀ ਦੇ ਮੌਸਮ ਵਿੱਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਨਾਲ ਮੁੱਢਲੀ ਸਿਹਤ ਸਲਾਹ ਵਾਲਾ ਇੱਕ ਪੱਤਰ ਡਾਕਟਰ ਮਾਰਕ ਜੋਫ ਅਤੇ ਅਲਬਰਟਾ ਹੈਲਥ ਸਰਵਿਸਿਜ਼ ਵਿਖੇ ਸਿਹਤ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਲੋਰਾ ਮੈਕਡੋਗਲ ਦੁਆਰਾ ਦਸਤਖਤ ਕੀਤੇ ਗਏ। ਹਾਲ ਹੀ ਦੇ ਵਿੱਚ ਸੂਬੇ ਦੇ ਸਾਰੇ ਸਕੂਲ ਅਤੇ ਡੇ ਕੇਅਰ ਕਮਿਊਨਿਟੀਆਂ ਨੂੰ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਆਪਣੇ ਸਕੂਲਾਂ ਵਿੱਚ ਖੰਘ ਅਤੇ ਬੁਖਾਰ ਦੀ ਕਿਸਮ ਦੀ ਬਿਮਾਰੀ ਵਿੱਚ ਵੱਡਾ ਵਾਧਾ ਦੇਖਿਆ। ਉਹਨਾਂ ਕਿਹਾ ਕਿ ਅਸੀਂ ਚਿੰਤਤ ਹਾਂ ਕਿਉਂਕਿ ਇਨਫਲੂਐਂਜ਼ਾ ਸੀਜ਼ਨ ਜੋ ਅਸੀਂ ਇੰਨੇ ਸਾਲਾਂ ਵਿੱਚ ਵੇਖਿਆ ਇਹ ਉਸ ਨਾਲੋਂ ਜ਼ਿਆਦਾ ਗੰਭੀਰ ਹੋਵੇਗਾ ਅਤੇ ਇਹ ਬਿਮਾਰੀ ਸਕੂਲ, ਖੇਡਾਂ ਅਤੇ ਆਉਣ ਵਾਲੀਆਂ ਛੁੱਟੀਆਂ ਦੇ ਇਕੱਠ ਵਿੱਚ ਵਿਘਨ ਪਾਉਂਦੀ ਰਹੇਗੀ। ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਬਾਰੇ ਇੱਕ ਖੁਲਾਸਾ ਹੋਇਆ ਜਿੱਥੇ ਇਹਨਾਂ ਮੌਤ ਦੇ ਆંકੜਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਪ੍ਰੀ ਪੈਂਡੈਮਿਕ ਲੈਵਲ ਦੇ ਮੁਕਾਬਲੇ ਅਜੇ ਵੀ ਮੌਤਾਂ ਦਾ ਆંકੜਾ ਵੱਧ ਦੱਸਿਆ ਗਿਆ। ਮਾਮਲਾ ਓਨਟਾਰੀਓ ਸੂਬੇ ਤੋਂ ਸਾਹਮਣੇ ਆਇਆ ਜਿੱਥੇ ਕਾਰਨਰਸ ਵੱਲੋਂ ਆંકੜਾ ਪੇਸ਼ ਕੀਤਾ ਗਿਆ। ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦੇ ਬਾਰੇ ਤਾਜ਼ਾ ਆંકੜਾ ਸਾਂਝਾ ਕੀਤਾ ਗਿਆ ਜਿੱਥੇ ਓਨਟਾਰੀਓ ਦੀ ਸਥਿਤੀ ਬਾਰੇ ਜਾਣਕਾਰੀ ਦੱਸੀ ਗਈ ਹੈ। ਕਾਰਨਰਸ ਦੇ ਆંકੜੇ ਤੋਂ ਪਤਾ ਚੱਲਿਆ ਹੈ ਕਿ ਓਨਟਾਰੀਓ ਸੂਬੇ ਵਿੱਚ ਓਪੀਓਇਡ ਕਾਰਨ ਹੋਣ ਵਾਲੀਆਂ ਮੌਤਾਂ ਦੇ ਆંકੜੇ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਪਤਾ ਚੱਲਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਮੌਤਾਂ ਦੇ ਆંકੜੇ ਵਿੱਚ 13% ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ 2019 ਦੇ ਮੁਕਾਬਲੇ ਓਨਟਾਰੀਓ ਦੇ ਵਿੱਚ ਅਜੇ ਵੀ ਓਪੀਓਇਡ ਕਾਰਨ ਹੋਣ ਵਾਲੀਆਂ ਮੌਤਾਂ ਦਾ ਆંકੜਾ ਵੱਧ ਹੈ। ਦੱਸੀਏ ਕਿ ਕਾਰਨਰਸ ਵੱਲੋਂ ਇੱਕ ਤਾਜ਼ਾ ਆંકੜਾ ਜਾਰੀ ਕੀਤਾ ਗਿਆ ਜਿਸ ਤੋਂ ਪਤਾ ਚੱਲਿਆ ਹੈ ਕਿ ਇਸ ਸਾਲ ਦੇ 6 ਮਹੀਨਿਆਂ ਦੇ ਵਿੱਚ 1278 ਲੋਕਾਂ ਦੀ ਜਾਨ ਓਪੀਓਇਡ ਦੇ ਕਾਰਨ ਗਈ ਹੈ। ਜਦੋਂ ਤੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਉਦੋਂ ਤੋਂ ਹੀ ਓਨਟਾਰੀਓ ਸੂਬੇ ਵਿੱਚ ਓਪੀਆਇਡ ਕਾਰਨ ਹੋਣ ਵਾਲੀਆਂ ਮੌਤਾਂ ਦਾ ਆંકੜਾ ਵੱਧ ਦਰਜ ਕੀਤਾ ਗਿਆ। ਸਾਲ 2020 ਦੇ ਵਿੱਚ ਇਸ ਕਾਰਨ 2462 ਲੋਕਾਂ ਦੀ ਜਾਨ ਗਈ ਹੈ ਤੇ ਇਸ ਤੋਂ ਬਾਅਦ 2911 ਦਾ ਆંકੜਾ ਸਾਂਝਾ ਕੀਤਾ ਗਿਆ। ਕਾਰਪੋਰੇਟ ਵੱਲੋਂ ਜੋ ਮੁਨਾਫਾ ਕਮਾਇਆ ਜਾ ਰਿਹਾ ਹੈ ਇਸ ਬਾਰੇ ਇੱਕ ਵਾਰ ਫਿਰ ਤੋਂ ਜਗਮੀਤ ਸਿੰਘ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਨੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿੱਥੇ ਕਾਰਪੋਰੇਟ ਦਾ ਜ਼ਿਕਰ ਕੀਤਾ ਤੇ ਉਹਨਾਂ ਵੱਲੋਂ ਜੋ ਮੁਨਾਫਾ ਕਮਾਇਆ ਜਾ ਰਿਹਾ ਹੈ ਇਸ ਦੇ ਉੱਪਰ ਗੱਲ ਕਰਦੇ ਹੋਏ ਵੀ ਦਿਖਾਈ ਦਿੱਤੇ। ਕਾਰਪੋਰੇਟ ਦੇ ਬਾਰੇ ਐਨਡੀਪੀ ਲੀਡਰ ਜਗਮੀਤ ਸਿੰਘ ਬੋਲੇ ਨੇ। ਉਹਨਾਂ ਵੱਲੋਂ ਕਾਰਪੋਰੇਟ ਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਹੈ। ਇੱਥੇ ਉਹਨਾਂ ਨੇ ਕਾਰਪੋਰੇਟ ਪ੍ਰੋਫਿਟ ਦਾ ਜ਼ਿਕਰ ਕੀਤਾ ਜਿੱਥੇ ਦੱਸਿਆ ਗਿਆ ਕਿ ਕਾਰਪੋਰੇਟ ਕਿਵੇਂ ਵੱਧ ਮੁਨਾਫਾ ਕਮਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਵਰਕਰਸ ਅਤੇ ਉਹਨਾਂ ਦੀਆਂ ਤਨਖਾਹਾਂ ਦਾ ਵੀ ਜ਼ਿਕਰ ਕੀਤਾ। ਐਨਡੀਪੀ ਲੀਡਰ ਵੱਲੋਂ ਇਸ ਸੰਬੰਧੀ ਆਪਣੇ ਕੀ ਵਿਚਾਰ ਸਾਂਝੇ ਕੀਤੇ ਗਏ ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। The Bank of Canada continued to attack high wages as a cause of inflation when in reality real wages have actually fallen. In fact, workers' share of GDP has also fallen. You know what hasn't fallen? The profits of large corporations. In fact, big grocery stores have seen profits increase by 118.3% since 2019. So when will this Prime Minister tackle corporate greed and protect families? ਐਮਰਜੈਂਸੀ ਕਮਿਸ਼ਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਕੈਨੇਡਾ ਦੇ ਵਿੱਚ ਜੋ ਐਮਰਜੈਂਸੀ ਐਕਟ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਐਮਰਜੈਂਸੀ ਕਮਿਸ਼ਨ ਇਸ ਦੀ ਜਾਂਚ ਕਰ ਰਹੀ ਹੈ। ਕਮਿਸ਼ਨ ਦੇ ਅੱਗੇ ਹੁਣ ਡਿਪਟੀ ਪ੍ਰਧਾਨ ਮੰਤਰੀ ਪੇਸ਼ ਹੋਏ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਯੂਐਸ ਵਾਲੇ ਪਾਸਿਓਂ ਇੱਕ ਫੋਨ ਕਾਲ ਆਈ ਸੀ। ਐਮਰਜੈਂਸੀ ਕਮਿਸ਼ਨ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਅੱਗੇ ਹੁਣ ਡਿਪਟੀ ਪ੍ਰਧਾਨ ਮੰਤਰੀ ਪੇਸ਼ ਹੋਏ ਹਨ। ਦੱਸ ਦਈਏ ਕਿ ਕੈਨੇਡਾ ਵਿੱਚ ਐਮਰਜੈਂਸੀ ਐਕਟ ਲਾਗੂ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ। ਐਮਰਜੈਂਸੀ ਐਕਟ ਲਾਗੂ ਕਰਨ ਦੀ ਸਥਿਤੀ ਅਤੇ ਐਮਰਜੈਂਸੀ ਨਾਲ ਨਜਿੱਠਣ ਵਾਸਤੇ ਜਿਹੜੇ ਆਪਸ਼ਨਸ ਦੀ ਵਰਤੋਂ ਕੀਤੀ ਗਈ ਉਹਨਾਂ ਦੀ ਪੁੱਛਗਿੱਛ ਦਰਮਿਆਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੀਰਵਾਰ ਨੂੰ ਐਮਰਜੈਂਸੀ ਕਮਿਸ਼ਨ ਦੇ ਅੱਗੇ ਪੇਸ਼ ਹੋਏ। ਆਪਣੀ ਗਵਾਹੀ ਦੌਰਾਨ ਫਰੀਲੈਂਡ ਨੇ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਸੀਨੀਅਰ ਆਰਥਿਕ ਸਲਾਹਕਾਰ ਵੱਲੋਂ ਉਹਨਾਂ ਨੂੰ ਪ੍ਰਦਰਸ਼ਨ ਬਾਰੇ 10 ਫਰਵਰੀ ਨੂੰ ਫੋਨ ਕੀਤੇ ਜਾਣ ਦੀ ਗੱਲ ਆਖੀ। ਟਰਾਂਸਪੋਰਟ ਕੈਨੇਡਾ ਦਾ ਅੰਦਾਜ਼ਾ ਹੈ ਕਿ ਪ੍ਰਦਰਸ਼ਨ ਕਾਰਨ ਐਂਬੈਸਡਰ ਬ੍ਰਿਜ ਉੱਪਰ ਹੋਈ ਨਾਕਾਬੰਦੀ ਕਾਰਨ $2.3 ਬਿਲੀਅਨ ਦਾ ਵਪਾਰ ਠੱਪ ਹੋਇਆ। ਦੱਸ ਦਈਏ ਕਿ ਆਪਣੀ ਗਵਾਹੀ ਦੌਰਾਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਵੈਕਸੀਨ ਵਿਰੋਧ ਪ੍ਰਦਰਸ਼ਨ ਦੇ ਨਾਲ
ਜੁੜੇ ਹੋਏ ਲੋਕਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫ਼ਤੇ ਪੁੱਛਗਿੱਛ ਵਾਸਤੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਉਸ ਦੌਰਾਨ ਲਗਭਗ $8 ਮਿਲੀਅਨ ਦੀ ਜਾਇਦਾਦ ਵਾਲੇ ਲਗਭਗ 280 ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਸੀ। ਫ੍ਰੀਲੈਂਡ ਨੇ ਇਸ ਕਦਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਸਰਕਾਰ ਚਾਹੁੰਦੀ ਸੀ ਕਿ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਵਕ ਖਤਮ ਹੋਣ ਅਤੇ ਇਨ੍ਹਾਂ ਕਦਮਾਂ ਨੂੰ ਪ੍ਰਦਰਸ਼ਨਕਾਰੀਆਂ ਉੱਪਰ ਪ੍ਰਦਰਸ਼ਨ ਖਤਮ ਕਰਨ ਦਾ ਦਬਾਅ ਬਣਾਇਆ। ਬੀਤੇ ਹਫ਼ਤੇ ਪ੍ਰਦਰਸ਼ਨਕਾਰੀਆਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨਾ ਕੈਨੇਡੀਅਨਸ ਦੇ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਸੀ। ਐਮਰਜੈਂਸੀ ਐਕਟ ਤਹਿਤ ਪ੍ਰਦਾਨ ਕੀਤੀਆਂ ਗਈਆਂ ਸ਼ਕਤੀ ਦੀ ਵਰਤੋਂ ਕਰਦੇ ਹੋਏ ਦੇਸ਼ ਦੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਉਨ੍ਹਾਂ ਲੋਕਾਂ ਦੇ ਨਾਲ ਵਪਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਜੋ ਸਿੱਧੇ ਜਾਂ ਫਿਰ ਅਸਿੱਧੇ ਤੌਰ ਤੇ ਉੱਪਰ ਵੈਕਸੀਨ ਵਿਰੋਧੀ ਪ੍ਰਦਰਸ਼ਨ ਦੇ ਨਾਲ ਜੁੜੇ ਹੋਏ। ਦੱਸਣਯੋਗ ਹੈ ਕਿ ਆਟਵਾ ਦੇ ਵਿੱਚ ਵੈਕਸੀਨ ਖਿਲਾਫ ਜਿਹੜਾ ਪ੍ਰਦਰਸ਼ਨ ਹੋਇਆ ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਮਰਜੈਂਸੀ ਐਕਟ ਦਾ ਐਲਾਨ ਕੀਤਾ ਗਿਆ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਐਮਰਜੈਂਸੀ ਐਕਟ ਦੀ ਵਰਤੋਂ ਕੀਤੀ ਗਈ ਹੋਵੇ। ਐਮਰਜੈਂਸੀ ਐਕਟ ਦੇ ਲਾਗੂ ਹੋਣ ਦੇ ਨਾਲ ਵਿਰੋਧ ਪ੍ਰਦਰਸ਼ਨ ਵਾਸਤੇ ਨਜਿੱਠਣ ਲਈ ਫੈਡਰਲ ਸਰਕਾਰ ਨੂੰ ਵਾਧੂ ਸ਼ਕਤੀਆਂ ਮਿਲੀਆਂ। ਦੱਸ ਦਈਏ ਕਿ ਕਮਿਸ਼ਨ ਦਾ ਪਹਿਲਾ ਪੜਾਅ 25 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੇ ਪੜਾਅ ਵਿੱਚ ਨੀਤੀ ਐਕਸਪਰਟਸ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਤੋਂ ਬਾਅਦ 6 ਫਰਵਰੀ ਨੂੰ ਕਮਿਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ। You know, I think the second sentence, he said that this proved the point about how integrated our economies are, and he didn't seem to see this as a positive. He brought that up. And you have to kind of bear in mind, I have been bugging the guy, and Canadians have been nagging Americans since the fall. And we've been saying, guys, you don't understand Canada. You don't understand how integrated our economies are. This approach you're taking to the EVs, it's completely counterproductive for you because we work so closely together. Those parts, they cross the border 6 times. We'd been saying this over and over. And so he comes back at me and he says, yeah, okay, like you've made the point. We get it. And it was a surprise to him, actually, the extent to which their car industry was dependent on the trade with Canada. But that was a dangerous moment for Canada, I felt. Very, very dangerous. Because the US then and now, as part of their own soft landing from COVID, something that is happening there is a real move to protect the supply chains of the United States. The same supply chain challenges I was talking about earlier as affecting Canada affected the US. And I think we have all seen a very strong push this year by Americans to insulate their supply chains, particularly from China. I'm very worried about the semiconductors, but more broadly, COVID brought alive to them the vulnerability of their supply chains. ਕੋਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਸਖਤੀ ਕੀਤੀ ਗਈ ਹੈ। ਲਾਕਡਾਊਨ ਲਗਾ ਦਿੱਤਾ ਗਿਆ। ਇਹ ਖਬਰ ਚੀਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਈ ਥਾਵਾਂ ਤੇ ਕੋਰੋਨਾ ਦੇ ਮਾਮਲੇ ਵੱਧ ਹੋਏ ਨੇ, ਜਿਸ ਤੋਂ ਬਾਅਦ ਪਾਬੰਦੀਆਂ ਮੁੜ ਤੋਂ ਲਗਾ ਦਿੱਤੀਆਂ ਗਈਆਂ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਲਾਕਡਾਊਨ ਲਗਾ ਦਿੱਤਾ ਗਿਆ। ਜੋ ਲਾਕਡਾਊਨ ਲਗਾਇਆ ਗਿਆ ਸੀ ਉਸ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ। ਇਹ ਖਬਰ ਬੀਜਿੰਗ ਦੇ ਨਾਲ ਜੁੜੀ ਹੋਈ ਹੈ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸ ਤੋਂ ਬਾਅਦ ਬੀਜਿੰਗ ਦੇ ਵਿੱਚ ਦੁਬਾਰਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਦੱਸੀਏ ਕਿ ਕੇਸ ਵਧਣ ਕਾਰਨ ਅਪ੍ਰੈਲ ਮਹੀਨੇ ਦੌਰਾਨ ਸ਼ੰਘਾਈ ਦੇ ਵਿੱਚ ਪਹਿਲਾਂ ਲਾਕਡਾਊਨ ਲਗਾਇਆ ਗਿਆ ਸੀ। ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸ ਤੋਂ ਬਾਅਦ ਚੀਨ ਵਿੱਚ ਇੱਕ ਵਾਰ ਫਿਰ ਤੋਂ ਸਖਤੀ ਦਿਖਾਈ ਦੇ ਰਹੀ ਹੈ। ਚੀਨ ਵਿੱਚ ਲਗਾਈਆਂ ਜਾ ਰਹੀਆਂ ਪਾਬੰਦੀਆਂ ਵਿੱਚ ਕੋਵਿਡ ਟੈਸਟਿੰਗ, ਲਾਕਡਾਊਨ ਅਤੇ ਇਕਾਂਤਵਾਸ ਸ਼ਾਮਿਲ ਕੀਤਾ ਗਿਆ। ਦੁਕਾਨਾਂ, ਰੈਸਟੋਰੈਂਟ, ਮਾਲ ਅਤੇ ਦਫ਼ਤਰੀ ਇਮਾਰਤਾਂ ਨੂੰ ਬੰਦ ਕਰਨ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਜਿਹੜੇ ਡਿਲੀਵਰੀ ਕਰਨ ਵਾਲੇ ਵਿਅਕਤੀ ਨੇ ਉਹਨਾਂ ਉੱਪਰ ਵੀ ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਾਬੰਦੀ ਲਗਾ ਦਿੱਤੀ ਗਈ। ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤੇ ਨੇ ਕਿ ਜਦੋਂ ਤੱਕ ਬਿਲਕੁਲ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਨਿਕਲਿਆ ਜਾਵੇ। ਸ਼ਹਿਰ ਵਾਸੀਆਂ ਨੂੰ ਕਰਿਆਨੇ ਦਾ ਸਮਾਨ ਖਰੀਦਣ ਤੇ ਡਾਕਟਰੀ ਸਹਾਇਤਾ ਲੈਣ ਵਰਗੇ ਹਾਲਾਤਾਂ ਵਿੱਚ ਹੀ ਘਰੋਂ ਬਾਹਰ ਨਿਕਲਣ ਵਾਸਤੇ ਕਿਹਾ ਗਿਆ। ਜ਼ਿਕਰਯੋਗ ਹੈ ਕਿ
ਮੌਜੂਦਾ ਸਮੇਂ ਅਲੱਗ-ਅਲੱਗ ਦੇਸ਼ਾਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ। ਕੈਨੇਡਾ, ਅਮਰੀਕਾ ਦੇ ਵਿੱਚ ਜੋ ਕੋਰੋਨਾ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲਿਆ, ਉਸ ਤੋਂ ਬਾਅਦ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਕਿ ਜਨਤਕ ਥਾਵਾਂ ਦੇ ਉੱਪਰ ਮਾਸਕ ਜ਼ਰੂਰ ਪਹਿਨਿਆ ਜਾਵੇ। ਮਾਸਕ ਸੰਬੰਧੀ ਕਈ ਥਾਵਾਂ ਦੇ ਉੱਪਰ ਸਿਫਾਰਿਸ਼ ਕੀਤੀ ਜਾ ਰਹੀ ਹੈ ਤੇ ਜੋ ਚੀਨ ਤੋਂ ਖਬਰ ਸਾਹਮਣੇ ਆਈ ਉਸ ਮੁਤਾਬਕ ਚੀਨ ਦੇ ਵਿੱਚ ਕਾਫੀ ਸਖਤੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਟਰੱਕ ਡਰਾਈਵਰਾਂ ਵਾਸਤੇ ਪੀਆਰ ਲੈਣੀ ਹੋਈ ਸੌਖੀ ਐਕਸਪ੍ਰੈਸ ਐਂਟਰੀ ਦੇ ਵਿੱਚ ਕੀਤੇ ਗਏ ਬਦਲਾਵ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਐਲਾਨ, ਲੋਨ ਪ੍ਰੋਗਰਾਮ ਦੇ ਵਿੱਚ ਕੀਤਾ ਗਿਆ ਬਦਲਾਵ। ਹੁਣ ਬ੍ਰੈਂਪਟਨ ਦੇ ਵਿੱਚ ਪਟਾਕੇ ਚਲਾਉਣੇ ਔਖੇ, ਨਿਯਮਾਂ ਦੇ ਵਿੱਚ ਕੀਤੇ ਗਏ ਵੱਡੇ ਬਦਲਾਵ। ਆਰਸੀਐਮਪੀ ਕਮਿਸ਼ਨਰ ਦੇ ਅਸਤੀਫੇ ਦੀ ਮੰਗ ਹੋਈ ਤੇਜ਼, ਐਲਬਰਟਾ ਦੇ ਜਸਟਿਸ ਮਿਨਿਸਟਰ ਨੇ ਕੀਤੀ ਮੰਗ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।